ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਉੱਤੇ ਹਮਲਾ ਹੋਏ ਨੂੰ 38 ਸਾਲ ਹੋ ਗਏ ਨੇ, ਪਰ ਉਸ ਹਮਲੇ ਦੇ ਦਰਦ ਅਜੇ ਵੀ ਅੱਲੇ ਨੇ। ਸਿੱਖ ਮਾਨਸਿਕਤਾ ਦੇ ਵਿੱਚ ਇਹ ਗੱਲ ਵਾਰ-ਵਾਰ ਆਉਂਦੀ ਹੈ ਕਿ ਹਰਿਮੰਦਰ ਸਾਹਿਬ 'ਤੇ ਹਮਲਾ ਕਰਕੇ ਗਲਤ ਕੀਤਾ ਗਿਆ। ਇੱਕ ਇਹ ਚਰਚਾ ਵੀ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ, ਉਸ ਮੌਕੇ ਹਮਲਾ ਕਰਨਾ ਗਲਤ ਸੀ, ਕਿਉਂਕਿ ਸੰਗਤ ਵਧੇਰੇ ਗਈ ਹੋਈ ਸੀ। ਉਸ ਹਮਲੇ 'ਚ ਬਹੁਤ ਸਾਰੇ ਨਿਰਦੋਸ਼ੇ ਵੀ ਮੌਤ ਦੇ ਘਾਟ ਉਤਾਰੇ ਗਏ, ਜਿਸ ਕਾਰਨ ਇਹ ਦਰਦ ਹੋਰ ਵੀ ਵੱਧ ਗਿਆ ਸੀ। ਸਾਡੇ ਨਾਲ ਨੇ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ। ਇਹ ਉਸ ਮੌਕੇ ਫੌਜ ਵਿੱਚ ਨੌਕਰੀ ਕਰਦੇ ਸੀ ਅਤੇ ਅਫਸਰ ਰੈਂਕ ਦੇ ਵਿੱਚ ਸਨ। ਫੌਜ ਵਿੱਚ ਵੱਡੀ ਬਗਾਵਤ ਹੋਈ, ਇਹਨਾਂ ਨੇ ਉਹ ਬਗਾਵਤ ਨੂੰ ਨੇੜੋਂ ਦੇਖਿਆ। ਕਿਸ ਤਰ੍ਹਾਂ ਦਾ ਇਹਨਾਂ ਦਾ ਅਨੁਭਵ ਰਿਹਾ, ਗੱਲ ਕਰਦੇ ਹਾਂ ਕਾਹਲੋਂ ਸਾਹਿਬ ਨਾਲ। ਕਾਹਲੋਂ ਸਾਹਿਬ, ਜਦੋਂ ਬਗਾਵਤ ਹੋਈ ਫੌਜ ਦੇ ਵਿੱਚ, ਉਦੋਂ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਅਤੇ ਫੌਜ ਨੂੰ ਕਿਵੇਂ ਪਤਾ ਲੱਗਿਆ ਕਿ ਅਟੈਕ ਵੱਡਾ ਹੋ ਗਿਆ? ਦੇਖੋ, ਇਹ ਆਪਰੇਸ਼ਨ ਬਲੂ ਸਟਾਰ ਅਤੇ ਉਸ ਤੋਂ ਬਾਅਦ ਵਿੱਚ ਵਾਪਰਿਆ ਭਿਅੰਕਰ ਖੂਨੀ ਸਾਕਾ ਨੇ ਪੂਰੇ ਸਿੱਖ ਜਗਤ ਨੂੰ ਝੰਜੋਲ ਕੇ ਰੱਖ ਦਿੱਤਾ। ਫੌਜੀ ਅਫਸਰ, ਜਵਾਨ ਯੂਨੀਫਾਰਮ ਦੇ ਵਿੱਚ ਵੀ ਕਸੂਤੀ ਕੁੜਕੀ 'ਚ ਫਸ ਗਏ। ਇੱਕ ਪਾਸੇ ਧਾਰਮਿਕ ਆਸਥਾ, ਪਵਿੱਤਰ ਧਾਰਮਿਕ ਸਥਾਨ 'ਤੇ ਹਮਲਾ, ਫੌਜੀ ਹਮਲਾ, ਅਕਾਲ ਤਖ਼ਤ ਸਾਹਿਬ 'ਤੇ ਹਮਲਾ, ਅਤੇ ਦੂਜੇ ਪਾਸੇ ਫੌਜੀ ਵਰਦੀ ਵਿੱਚ ਡਿਊਟੀ। ਤੋ ਇਹ ਜੋ ਕੁਛ ਸਿਰਫ ਸਿੱਖ ਫੌਜੀ ਅਫਸਰ ਨਾਲ ਨਹੀਂ, ਬਲਕਿ ਮੈਂ ਕਹਾਂਗਾ ਬਾਕੀ ਬਹੁਤ ਸਾਰੇ ਪੈਰਾਮਿਲਟਰੀ 'ਚ ਵੀ, ਬਾਕੀ ਪ੍ਰਸ਼ਾਸਨਿਕ ਸਿੱਖ ਅਫਸਰਾਂ ਦੇ ਉੱਤੇ ਵੀ ਉਸ ਵੇਲੇ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਵਿੱਚ ਨਾ ਜਾਂਦੇ ਹਾਂ, ਤੁਹਾਡਾ ਸਵਾਲ ਪ੍ਰੋਪਰ ਜਿਹੜਾ ਤੁਸੀਂ ਪੁੱਛਿਆ, ਉਸ ਸਮੇਂ ਮੈਂ 1984 ਦੇ ਵਿੱਚ ਪੁੰਛ ਵਿੱਚ ਯੂਨਿਟ ਕਮਾਂਡ ਕਰ ਰਿਹਾ ਸੀ। ਮੇਰੀ ਯੂਨਿਟ 51 ਮਾਊਂਟਨ ਰੈਜੀਮੈਂਟ, ਜਿਹਦੇ ਵਿੱਚ ਕਿ 2 ਸਿੱਖ ਬੈਟਰੀਆਂ, ਤੋਪਖਾਨੇ ਦੀ ਯੂਨਿਟ, 2 ਸਿੱਖ ਬੈਟਰੀਆਂ ਔਰ ਇੱਕ ਡੋਗਰ ਬੈਟਰੀ, ਔਰ ਸਾਡੀਆਂ ਤੋਪਖਾਨੇ ਦੀ ਜਿਹੜੀ ਯੂਨਿਟ ਹੈ, ਵੇਰੀਅਸ ਸਪੋਰਟ ਕਈ, ਇੱਕ ਬ੍ਰਿਗੇਡ 93 ਬ੍ਰਿਗੇਡ ਸੀ, ਉਹਦੀ ਸਪੋਰਟ ਸਨ ਬਥੇਰੀਆਂ ਬਟਾਲੀਆਂ ਦੇ, ਅਤੇ 2-2 ਗੰਨਾਂ ਹਰ ਇੱਕ ਦੀਆਂ ਪੈਨੀ ਪੈਕਟ ਪਾਕਟ, ਜਿਹਨੂੰ ਕਹਿੰਦੇ ਨੋ ਵਾਰ ਨੋ ਪੀਸ 'ਚ ਡਿਪਲੋਇਡ ਸਨ, ਅਲੱਗ-ਅਲੱਗ ਜਗ੍ਹਾ 'ਤੇ ਉਹ ਰਹਿੰਦੀਆਂ ਨੇ। ਸਿਰਫ ਆਪਰੇਸ਼ਨ ਬਲੂ ਪਹਿਲਾਂ ਵੀ, ਹੁਣ ਤਾਂ ਪਤਾ ਨਹੀਂ, ਉਦੋਂ ਤਾਂ ਰਹਿੰਦੀ ਇਸ ਐਜ਼ ਪਰ ਸਟੈਂਡਿੰਗ ਆਰਡਰ, ਤਾਂ ਕਿ ਲੋੜ ਪੈਣ 'ਤੇ ਕਿਤੇ ਵੀ ਪਾਕਿਸਤਾਨ ਵੱਲ ਨੂੰ ਰਿਕਾਰਡ ਕਰਕੇ ਤਿਆਰ ਰਹਿ ਜਾਂਦੀ। ਅਤੇ ਜਦੋਂ ਇਹ, ਕਿਉਂਕਿ ਮੈਂ ਉਸ ਵੇਲੇ ਯੂਨਿਟ ਕਮਾਂਡ ਕਰ ਰਿਹਾ ਸੀ, ਅਤੇ ਜਦੋਂ ਇਹ ਪਤਾ ਚੱਲਿਆ ਕਿ ਜੂਨ ਦੀ 1 ਤਰੀਕ ਨੂੰ ਪਤਾ ਚੱਲ ਗਿਆ ਕਿ ਸ਼ੁਰੂ ਹੋ ਗਿਆ ਕੰਮ, ਤਾਂ ਹਲਚਲ ਮਚ ਗਈ। ਮੇਰੀ ਯੂਨਿਟ ਦੇ, ਜਿਹੜੇ ਕਿ ਮੈਂ ਹੁਣ ਆਪਣੀ ਗੱਲ ਕਰ ਰਿਹਾ, ਯੂਨਿਟ ਦੇ 3-4 ਅਫਸਰ ਸੀਗੇ, ਅਫਸਰ ਮਤਲਬ JCO ਸੀਗੇ ਐਕਚੁਅਲੀ, ਅਤੇ ਉਹ OP ਅਫਸਰ JCO ਡਿਊਟੀ ਕਰ ਰਹੇ ਸੀ। ਉਹ ਸਿੱਖ 8 ਸਿੱਖ ਰੈਜੀਮੈਂਟ ਦਾ ਨਾਂ ਲੈ ਕੇ ਦੱਸ ਰਿਹਾ, ਉਹ ਸਰਲਾ ਸਾਮ ਉਧਰ ਗੋਲਪੁਰ ਤੋਂ ਅੱਗੇ ਵੇਰੀਅਸ ਪਿਕਟ ਦੇ ਡਿਪਲਾਇਡ ਸੀਗੇ। ਉੱਥੇ ਕੀ ਹੋਇਆ, ਬੜੀ ਅਫਸੋਸਜਨਕ ਘਟਨਾ ਵਾਪਰੀ ਕਿ ਜਿਹੜੇ 2IC ਸੀ ਮੇਜਰ ਮਲਹੋਤਰਾ, ਉਹਨਾਂ ਨੇ 5 ਤਰੀਕ ਨੂੰ, 5 ਨੂੰ ਟੈਲੀਫੋਨ ਕੀਤਾ। ਉਸ ਸਮੇਂ ਕੋਈ ਮੋਬਾਈਲ ਖਰਚਾ ਸੀਗਾ ਨਹੀਂ, ਉਹਨੇ ਟੈਲੀਫੋਨ ਕੀਤਾ ਆਪਣੇ ਕੰਪਨੀ ਸਾਰੇ ਕਮਾਂਡਰਾਂ ਨੂੰ ਕਿ ਭਾਈ ਇਹ ਕਾਰਾ ਹੋ ਗਿਆ ਅਤੇ ਤੁਸੀਂ ਖੁਸ਼ੀ ਮਨਾਓ, ਮੁਰਗੇ ਕੱਟੋ, ਖੁਸ਼ੀ ਮਨਾਓ। ਉਹਨਾਂ ਦੇ ਅਫਸਰ ਵੀ ਜਿਹੜੇ ਸੀ, ਕੰਪਨੀ ਕਮਾਂਡਰ, ਮੇਜਰ ਦੇ ਰੈਂਕ ਹੁੰਦੇ ਕੰਪਨੀ ਕਮਾਂਡਰ ਉਸ ਸਮੇਂ, ਅਤੇ ਉਹ ਥੱਲੇ ਆਉਣੇ, ਮਤਲਬ ਬੇਸ 'ਤੇ ਪਿਕਟਾਂ 'ਤੇ ਕੋਈ ਇੱਧਰ ਹੈ, ਕੋਈ ਇੱਧਰ, ਕੋਈ 8000 ਫੁੱਟ 'ਤੇ, ਕੋਈ 9000, ਕੋਈ 10000 ਫੁੱਟ, ਉਹ ਥੱਲੇ ਆਉਣੇ ਸ਼ੁਰੂ ਹੋ ਗਏ। ਜਦੋਂ ਆ ਰਹੇ ਸੀ ਅਤੇ ਇੱਕ ਕੰਪਨੀ ਦੇ ਮੇਜਰ ਨੇ ਇੱਕ ਆਪਣੇ CHO ਨੂੰ ਪੁੱਛਿਆ ਕਿ ਬਾਈ ਕੀ ਹਾਲ ਚਾਲ, ਉਹਨੇ ਕਿਹਾ ਚੜ੍ਹਦੀ ਕਲਾ। ਅਤੇ ਉਸ ਮੇਜਰ ਨੇ ਬੜਾ ਕਸੂਤਾ ਪੁੱਠਾ, ਮੈਂ ਉਹਦਾ ਜ਼ਿਕਰ ਨਹੀਂ ਕਰਨਾ, ਜੋ ਉਹਨੇ ਜਵਾਬ ਦਿੱਤਾ, ਮੰਦਭਾਗਾ ਜਵਾਬ ਸੀ ਕਹਿ ਸਕਦਾ ਮੈਂ, ਅਤੇ ਉਹ ਉੱਥੇ ਫਿਰ ਹਲਚਲ ਮਚ ਗਈ ਕਿ ਜਿਹੜਾ ਉਹਨੇ ਜਵਾਬ ਦਿੱਤਾ, ਅਤੇ ਬਾਕੀ ਵੀ ਸਾਰੇ ਕੰਪਨੀ ਕਮਾਂਡਰ ਜਿਹੜੇ ਥੱਲੇ ਆ ਗਏ। ਇਹਨਾਂ ਨੇ ਫਿਰ ਪਲਾਨ ਬਣਾਈ ਕਿ ਜਿਹੜਾ ਸਾਡੇ ਧਰਮ ਦੇ ਖਿਲਾਫ ਅਫਸਰ ਬੋਲਦੇ ਨੇ, ਖੁਸ਼ੀਆਂ ਮਨਾਉਂਦੇ ਨੇ, ਕਿ ਇੱਕ ਉਹਨਾਂ ਨੇ ਕਿਹਾ ਸੰਤ ਇਜ਼ ਨੋ ਮੋਰ, ਇਹ ਕਿਹਾ ਉਹਨਾਂ ਨੇ, ਕਿਉਂਕਿ ਕੋਰਟ ਇਨਕੁਆਇਰੀ 'ਚ ਆ ਰਿਹਾ, ਇਸ ਵਾਸਤੇ ਖੁਸ਼ੀਆਂ ਮਨਾਉਂਦੇ ਨੇ, ਅਤੇ ਅਸੀਂ ਇਹਨਾਂ ਨੂੰ ਨਹੀਂ ਛੱਡਣਾ। ਅਤੇ ਉਹਨਾਂ ਨੇ ਟੀਮਾਂ ਬਣਾ ਲਈਆਂ ਕਿ ਅਸੀਂ 4 ਟੀਮਾਂ ਬਣਾ ਕੇ 2-2 ਦੀ, ਕਿ ਜਿਹੜੇ ਅਫਸਰ ਬੋਲਦੇ ਨੇ ਉਹਨਾਂ ਨੂੰ ਖੱਡ ਰੇਸ ਹੋਣੀ ਸੀਗੀ, ਖੱਡ ਰੇਸ ਇਕੱਠੇ ਹੁੰਦੀ ਹੈ ਪੂਰੀ ਪਲਟਨ, ਅਤੇ ਉਹ ਟੀਮਾਂ ਬਣ ਕੇ, ਅਤੇ ਉੱਥੇ ਅਸੀਂ ਇਹਨਾਂ ਦਾ ਅਖਬਾਰ ਕਰਦਾ। ਮੇਰਾ ਇੱਕ ਕੈਪਟਨ, ਬਾਅਦ 'ਚ ਕੈਪਟਨ ਬਣਿਆ ਸੂਬੇਦਾਰ ਮਹਿੰਦਰ ਸਿੰਘ, ਹਾਕੀ ਦਾ ਪਲੇਅਰ ਸੀ ਆਪਣਾ ਨੈਸ਼ਨਲ ਲੈਵਲ ਦਾ, ਅਤੇ ਉਹ ਮੇਰੇ ਹੀ ਪਿੰਡ ਦਾ ਸੀ, ਉੱਥੇ ਉਹ ਆਪਰੇਟਰ ਸੀਗਾ। ਉਹਨੇ ਮੈਨੂੰ ਟੈਲੀਫੋਨ ਕੀਤਾ, ਲਾਈਨ ਜੋੜ ਕੇ ਲਾਈਨ ਕੱਟਤੀ ਸੀ, ਕਹਿੰਦਾ ਸਾਹਿਬ ਆਹ ਹੋ ਜਾਣਾ ਜੇ 48 ਘੰਟਿਆਂ 'ਚ। ਮੈਂ ਕਿਹਾ ਤੂੰ ਕਾਇਮ ਰਹਿਣਾ। ਕਹਿੰਦਾ ਮੈਨੂੰ ਵੀ ਕਹਿ ਰਹੇ ਨੇ ਕਿ ਤੂੰ ਵੀ ਸਿੱਖ ਹੈ। ਕਹਿੰਦਾ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ CO ਸਿੱਖ ਹੈ,
ਉਹ ਤਾਂ ਪਾਠ ਕਰਦਾ ਗੁਰਦੁਆਰਾ ਸਾਹਿਬ ਦਾ, ਤੇ ਮੈਂ ਇਹ ਕੰਮ ਨਹੀਂ ਕਰਨਾ। ਕਹਿੰਦਾ ਜੀ ਆਹ ਹੋ ਜਾਣਾ ਜੇ। ਦੂਜੇ ਪਾਸੇ ਮੇਰਾ ਉਹ ਸੀਗਾ, ਉਹ ਵੀ ਗੁਰਦਿਆਲ ਸਿੰਘ, ਹੁਣ ਉੱਥੇ ਬਟਾਲੇ, ਮੈਂ ਹੁਣ ਤੇ ਕਰਵਾਉਣ ਸਮ, ਤੇ ਉਹ ਵੀ ਬੜਾ ਪ੍ਰਭਾਵ, ਸਾਰੇ ਇੱਦਾਂ ਪ੍ਰਭਾਵਿਤ ਹੋਏ। ਅਖੀਰ ਤੇ ਕੀ ਹੋਇਆ, ਜਦੋਂ ਉਹਨਾਂ ਦੀ ਪਲਾਨ ਸੀਗੀ ਤੇ ਇਹਨਾਂ ਨੇ ਉੱਥੇ ਇਕੱਠੇ ਹੋਣਾ ਸੀ, ਉਹ ਖੱਟ ਰੇਸ ਉੱਧਰ ਬਾਰਿਸ਼ ਕਰਕੇ ਕੈਂਸਲ ਹੋ ਗਈ। ਤੇ ਇੱਕ ਟੀਮ ਨੂੰ ਪਤਾ ਨਹੀਂ ਚੱਲਿਆ ਕਿਉਂਕਿ ਲਾਈਨ ਦੇ ਉੱਤੇ ਸਾਰੇ ਚੱਲੇ ਸੀ ਕਮਿਊਨੀਕੇਸ਼ਨ, ਤੇ ਉਹ ਉੱਥੇ ਪਹੁੰਚ ਗਈ। ਤੇ 2 ਸੀ ਜਿਹੜਾ ਮੇਜਰ ਮਲਹੋਤਰਾ, ਜਿਹੜਾ ਕਿ ਇਸ ਕਿਸਮ ਦਾ ਬਿਆਨ ਦਿੱਤਾ ਸੀ ਖੁਸ਼ੀਆਂ ਮਨਾਓ, ਉਹ ਉਹਦੇ ਕਮਰੇ 'ਚ ਪਹੁੰਚ ਗਏ। ਉਹ ਸ਼ੇਵ ਕਰ ਰਿਹਾ ਸੀ, ਉਹਦੇ ਲਾਗੇ ਉਹ ਐਜੂਟੈਂਟ ਖਲੋਤਾ ਸੀ ਕੈਪਟਨ ਰਾਣਾ, ਉਹਨੇ ਗੋਲੀ ਮਾਰੀ, ਠਾ ਉਹਦੀ ਛਾਤੀ 'ਚ ਲੱਗੀ। ਛਾਤੀ 'ਚ ਲੱਗੀ ਤੇ ਕੈਪਟਨ ਰਾਣਾ ਜਿਹੜਾ ਲਾਗੇ ਸੀ ਉਹਨੂੰ ਜੱਫੀ ਪਾ ਲਈ। ਤੇ ਉਹ ਹੌਲਦਾਰ ਜਿਹੜਾ ਸੀਗਾ ਉਹਨੇ ਉਹਨੂੰ ਕਿਹਾ ਕਿ ਦੇਖ, ਇਹ ਸਾਡੇ ਧਰਮ ਦੇ ਖਿਲਾਫ ਨਹੀਂ ਬੋਲਦਾ, ਇਸ ਵਾਰ ਦੂਜੀ ਗੋਲੀ ਨਾ ਚਲਾਈ, ਤੇ ਉਹ ਬਚ ਗਿਆ। ਉਦੋਂ ਬਾਅਦ ਜੋ ਕੁਛ ਵਾਪਰਿਆ ਉੱਥੇ, ਉਹਨਾਂ ਨੇ ਆਪਣੇ ਸਿੱਧੀਆਂ ਕਰ ਲਈ MFG ਲਾ ਕੇ, ਇਸ ਪਾਸੇ ਜੇ ਕੋਈ ਆਉਂਦਾ, ਤੇ ਪਲਟਨ ਨੇ ਪਲਾਨ ਬਣਾ ਲਈ ਕਿਉਂਕਿ ਸਾਡੇ ਧਰਮ ਦੇ ਖਿਲਾਫ, ਤੇ ਅਫਸਰ ਕੋਈ ਨਹੀਂ ਸੀਗਾ, ਸਾਰੇ JCO ਲੈਵਲ ਥੱਲੇ ਰਿਲੀਜੀਅਸ ਟੀਚਰ ਵੀ ਸਾਰੇ, ਉਹਨਾਂ ਨੇ ਪਲਾਨ ਬਣਾਇਆ ਜਾਂ ਤਾਂ ਅਸੀਂ ਪਰਲੇ ਪਾਸੇ ਪਾਕਿਸਤਾਨ ਚੱਲ ਜਾਣਾ, ਜਾਂ BG ਤੋਂ ਹੁੰਦੇ ਹੋਏ ਇਸ ਤਰ੍ਹਾਂ ਤੇ ਹੁੰਦੇ ਅੰਮ੍ਰਿਤਸਰ ਪਹੁੰਚਾਂਗੇ। ਖੈਰ ਉਹਨੂੰ ਕੰਟਰੋਲ ਕਰਨ ਵਾਸਤੇ ਕੱਲ੍ਹ ਨੂੰ ਦਈਆ ਸੀ ਉਹ ਸੀਗੇ। ਗਿਣਤੀ ਕਿੰਨੀ ਕੁ ਸੀ ਜੇ ਆਪਾਂ ਗਿਣਤੀ ਦੀ ਗੱਲ ਕਰੀਏ ਟੋਟਲ ਸੈਂਕੜਿਆਂ ਪਿਕਟਾਂ ਦੇ ਪਾ ਕੇ 400-500 ਬੰਦਾ ਸੀ, ਅਲੱਗ-ਅਲੱਗ ਪਿਕਟਾਂ ਦੇ ਵੰਡੇ ਹੋਏ ਸੀਗੇ 400-500। ਤੇ ਉਹਦੇ ਨਾਲ ਮੇਰੇ ਤੋਪਖਾਨੇ ਦੇ 3-4, ਇੱਕ ਹਰ ਪੋਸਟ ਦੇ ਉੱਤੇ OP ਅਫਸਰ 3-4 ਹੁੰਦੇ ਨੇ, ਇੱਕ TA, 2 ਆਪਰੇਟਰ, ਇੱਕ OP ਅਫਸਰ। ਹੁਣ ਮੇਰੇ ਤੇ ਬੰਦੇ ਕਾਇਮ ਸੀਗਾ, ਤੇ ਮੈਨੂੰ ਜਦੋਂ ਇਹ ਮੈਂ ਆਪਣੇ ਕਮਾਂਡਰ ਨੂੰ ਦੱਸਿਆ, ਕੋਈ ਮੰਨੇ ਨਾ। ਫਿਰ 24 ਘੰਟੇ ਬੀਤ ਗਏ, ਮੈਂ ਫਿਰ GOC ਨੂੰ ਮੈਂ ਕਨਵੇ ਕਰੋ ਕਿ ਆਹ ਕੰਮ ਹੋ ਜਾਣਾ, ਕੋਈ ਮੰਨੇ ਨਾ, ਕਹਿੰਦੇ ਪਲਟਨ ਬੜੀ ਵਧੀਆ, ਇੱਦਾਂ ਕੰਮ ਨਹੀਂ ਹੋ ਸਕਦਾ, ਮੇਰੇ ਅਫਸਰ ਬੜੇ ਚੰਗੇ। ਉਹ ਫਿਰ ਜਦੋਂ ਹੋ ਗਿਆ, ਫਿਰ ਸਾਰੇ ਮੇਰੇ ਦੁਆਲੇ ਇਹ ਕੀ ਹੋਇਆ, ਕੀ ਕਿੱਦਾਂ ਹੋਏਗਾ, ਕੀ ਹੋਏਗਾ। ਉਹ CO ਵੀ ਜਿਹੜਾ ਕਿ ਪਲਟਨ ਸਿੱਖ ਪਲਟਨ ਕਮਾਂਡ ਕਰ ਰਿਹਾ ਸੀ, ਤੇ ਮੈਂ ਤੋਪਖਾਨੇ ਦੀ ਕਮਾਂਡ ਕਰ ਰਿਹਾ ਸੀ, ਮੇਰੇ ਤੇ ਕੋਈ ਹਲਚਲ ਨਾ ਹੋਈ ਕਿਉਂਕਿ ਮੈਂ ਇੱਕ ਜਗ੍ਹਾ ਗਿਆ ਆਪਣੀ ਇੱਕ ਡਿਟੈਚਮੈਂਟ ਨੂੰ ਦੇਖਣ ਵਾਸਤੇ ਉਹਨਾਂ ਦਿਨਾਂ 'ਚ। ਤੇ ਮੈਨੂੰ ਇੱਕ ਹੌਲਦਾਰ ਕਹਿੰਦਾ, ਉਹ CO ਸਾਹਿਬ ਤੁਸੀਂ ਖਬਰ ਸੁਣੀ ਜਾਂ BBC ਦੀ ਕੱਲ੍ਹ ਰੇਡੀਓ 'ਤੇ? ਰੇਡੀਓ ਕੋਲ ਰੱਖਿਆ ਸੀ। ਮੈਂ ਕਿਹਾ ਦੱਸ ਕੀ ਹੈ? ਕਹਿੰਦਾ ਖੁਸ਼ਵੰਤ ਸਿੰਘ ਨੇ ਆਪਣੇ ਪੁਰਸਕਾਰ ਵਾਪਸ ਕਰਤੇ ਨੇ। ਉਹ ਮੇਰੀ ਛਾਤੀ 'ਤੇ ਲੱਗੇ ਮੇਰੇ ਜੋ ਮੈਡਲ ਸੀ ਉਹਨਾਂ ਵੱਲ ਦੇਖ ਰਿਹਾ ਸੀ। ਉਹ ਮੈਨੂੰ ਸਮਝ ਗਿਆ ਕੀ ਕਹਿਣਾ ਚਾਹੁੰਦਾ। ਮੈਂ ਉਹਨੂੰ ਸਮਝਾਇਆ ਕਿ ਕਾਇਮ ਹੋ ਜਾ, ਕੋਈ ਬਾਤ ਨਹੀਂ। तो मैं अपनी पार्टी का दरबार भी लिया, सब कुछ, मेरे तो कोई हलचल ना हुई, बल्कि वो बचाया। दूजी वो जदों उत्थे ये होया कि हुण वो पलटन ने तो मूँह इधर सीधा कर लिया, एक पिकट सी, तो वो पिकट के उत्ते एक कंपनी 100-150 जिहड़ा ने कहा कि साढ़े को आउणगे तो असीं मैं जी इधर रोक देनियां ने। ये करनगे हुण करिए कि कमांडर कहण लगा तूं भी मेरे नाल चल। मैं कहा CO असीं बेस ते पहुँचे, CO नूं कहा कि भाई तूं इदां कर, कहंदा करिए कि भैया मैनूं कहंदा चलो मेरे नाल। मैं कहा मेरे तो 3 बंदे ने, मेरी पलटन फैली तो ली है, मैं अपनी फिट है, मेरी पलटन कोई गल नहीं, पर तूं इदां कर। कहंदा किदां करिए? फिर मैं उन्हें दस्सिया, मैं कहा तू इस तरह कर, ग्रंथी साहब बुला अपने रिलीजियस टीचर नूं। फिर मैं कहा उनको ढोलकी छाने लियाउण, ਅੱਗੇ ਲੱਗਣ, ਤੂੰ ਲੱਗ CO ਉਹਨਾਂ ਦੇ ਪਿੱਛੇ, ਨਾਲ ਤੁਹਾਡੇ ਸੂਬੇਦਾਰ ਮੇਜਰ ਸਿੱਖ, ਸਾਰੇ ਬਾਕੀ ਸਿੱਖ, ਸੂਬੇਦਾਰ ਮੇਜਰ, ਕਰਨਲ ਵਦਈਆ। ਤੇ ਫਿਰ ਮੈਂ ਕਿਹਾ ਸ਼ਬਦ ਪੜੋ, ਫਿਰ ਕਰ ਬੈਸੋ ਅਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ, ਠੀਕ ਹੈ, ਦੇਸ਼ ਸੇਵਾ ਭਰ ਬੋਏ। ਮੈਂ ਸਮਝਾਇਆ, ਹੋਰ ਇੱਦਾਂ ਦੱਸਿਆ, ਇੱਦਾਂ ਹੀ ਹੋਇਆ। ਮੈਨੂੰ ਕਹਿਣ ਲੱਗੇ, ਮੈਂ ਕਿਹਾ ਮੈਂ ਇੱਥੇ ਬੇਸ 'ਤੇ ਬੈਠਾ, ਕੋਈ ਗੱਲ ਹੁੰਦੀ ਹੈ ਮੇਰੇ ਬੰਦੇ ਨੂੰ ਮੈਂ ਖਬਰ ਦਿੱਤੀ, ਖਬਰਦਾਰ ਤੁਸੀਂ ਹਿੱਲਿਓ। ਉੱਥੇ 3 ਬੰਦੇ ਸੀ ਮੇਰੇ, ਤੇ ਉਹ ਗੁਰਦੁਆਰਾ ਸਾਹਿਬ ਬੈਠਾ ਸੀ। ਉਹ ਪ੍ਰਭਾਵਿਤ ਤਾਂ ਹੁੰਦੇ ਹੀ ਨੇ, ਪਰ ਉਹਨਾਂ ਨੂੰ ਕਹਿਤਾ ਖਬਰਦਾਰ ਕੋਈ ਤੁਸੀਂ ਇੱਦਾਂ ਕੰਮ ਕਰਦੇ ਮਾਰੇ ਜਾਓਗੇ। ਜੇ ਪਾਕਿਸਤਾਨ ਚਲੇ ਗਏ ਤਾਂ ਵੀ ਬੁਰੀ ਹਾਲਤ, ਤੇ ਜੇ ਇੱਧਰ ਨੂੰ ਭੱਜੇ ਤਾਂ ਵੀ ਤੁਸੀਂ ਰਸਤੇ 'ਚ ਕਰ ਦੇਣਾ, ਕਿਉਂਕਿ ਉਹਨਾਂ ਦੇ ਪਿੱਛੇ ਇੱਕ ਪਲਟਨ ਲਾਤੀ ਸੀ। ਮੇਰਾ ਕਹਿਣ ਤੋਂ ਮਕਸਦ ਹੈ ਕਿ ਇਹ ਸਾਰਾ ਫਿਰ ਉਹ ਕੰਟਰੋਲ ਹੋ ਗਿਆ। ਫਿਰ ਇਨਕੁਆਰੀ ਹੋਈ, ਬੜੇ ਬੜੇ ਜਰਨੈਲ, ਆਰਮੀ ਕਮਾਂਡਰ ਸਾਰੇ ਆਉਂਦੇ ਰਹੇ ਉੱਥੇ, ਤੇ ਫਿਰ ਕੋਟਾ ਇਨਕੁਆਰੀ ਹੋਈ। ਇਹ 'ਚ ਸਾਬਤ ਹੋ ਗਿਆ ਕਿ ਅਫਸਰ ਉਹ ਕਸੂਰਵਾਰ ਔਰ ਉਹਨਾਂ ਨੂੰ ਟਾਰਗੇਟ ਬਣਾਇਆ ਗਿਆ ਕਿ ਜੋ ਕਿ ਧਰਮ ਦੇ ਖਿਲਾਫ, ਜੋ ਕਿ ਸਾਕਾ ਨੀਲਾ ਤਾਰਾ ਦੇ ਦੌਰਾਨ ਜੋ ਕੁਛ ਜਸ਼ਨ ਮਨਾਉਂਦੇ ਸੀ, ਉਹਨਾਂ ਨੂੰ ਟਾਰਗੇਟ ਵਾਸਤੇ ਕਿਹਾ ਸੀ। ਤੇ ਫਿਰ ਉਹ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਤੇ ਕਾਰਵਾਈ ਹੋਈ ਨਹੀਂ, ਨੌਜਵਾਨਾਂ ਤੇ ਕਿ ਚੱਲੀ ਕਾਰਵਾਈ? ਨਹੀਂ, ਉਹਨਾਂ ਤੇ ਕਾਰਵਾਈ ਹੋਈ। ਉਹਨਾਂ ਤੇ ਫਿਰ ਕੋਰਟ ਮਾਰਸ਼ਲ, ਮੈਂ ਪਹਿਲੋਂ ਸੂਬੇਦਾਰ ਮੇਜਰ ਨੂੰ ਸਮਝਾਇਆ ਸੀ, ਉਹ ਕਹਿਣ ਲੱਗੇ ਸਾਡਾ ਬਚਾਓ ਕਰੋ। ਮੈਂ ਕਿਹਾ ਮੈਂ ਤੁਹਾਡੀ ਸਫਾਰਿਸ਼ ਜ਼ਰੂਰ ਕਰਾਂਗਾ, ਤੁਸੀਂ ਸੱਚ ਤੇ ਬੋਲੋ, ਸੱਚ ਬੋਲਿਆ ਉਹਨਾਂ ਕੋਟ ਹੰਗਵਾਰੀ 'ਚ। ਤੇ ਮੇਰੇ ਵੀ ਅਫਸਰ ਵਿੱਚ ਜਿਹੜੇ ਸੀ JCO ਨਾਲ, ਮੇਰੇ ਪਿੰਡ ਤੇ ਬਲਕਿ ਦੂਸਰਾ ਵੀ ਸੀਗਾ, ਦੋਵੇਂ ਆਨਰੇਰੀ ਕੈਪਟਨ ਬਣੇ। ਜਿਹੜੇ ਅਫਸਰ ਨੇ ਜਸ਼ਨ ਮਨਾਉਣ ਬਾਰੇ ਕਿਹਾ ਸੀ ਉੱਤੇ ਵੀ ਕਾਰਵਾਈ ਹੋਈ ਵੀ ਤੂੰ ਕਿਉਂ ਬੋਲਿਆ? ਕੋਟਾ ਇਨਕੁਆਰੀ ਹੋਈ, ਪਰ ਜਿਹੜੇ ਤੇ ਅਫਸਰਾਂ ਦੇ ਖਿਲਾਫ ਕਾਰਵਾਈ ਹੋਈ, ਆਈ ਐਮ ਸੌਰੀ ਟੂ ਸੇ ਦੈਟ, ਕੋਟਾ ਇਨਕੁਆਰੀ ਕੇ ਬਾਅਦ ਕਾਰਵਾਈ ਹੋਈ, ਉਹ ਬੜੀ ਮੂਲੀ ਸੀਗੀ। ਛੋਟਾ ਮੋਟਾ ਉਹਨੂੰ ਪਨਿਸ਼ਮੈਂਟ ਦੇ ਕੇ ਉਹਨੂੰ ਪੋਸਟ ਕਰਤਾ, ਇੱਥੋਂ ਸਿੱਖ ਰੈਜੀਮੈਂਟ ਬਾਹਰ ਕੱਢਤਾ। ਬਾਕੀਆਂ ਨੂੰ ਵੀ ਦਿੱਤੀ ਕਾਰਵਾਈ, ਕੋਈ ਅਗਲੀ ਪ੍ਰਮੋਸ਼ਨ ਇਹਦੀ ਤਾਂ ਖੈਰ ਹੋ ਗਈ। ਹੋਰ ਇੱਕ ਮੇਜਰ ਜਿਹੜੇ ਇੱਦਾਂ ਦੇ ਕੰਮ ਕਰਦੇ, ਉਹ ਕਾਰਵਾਈ, ਤੇ ਉਦੋਂ ਬਾਅਦ ਲੰਬਾ ਚੌੜਾ ਕੰਮ ਹੋਇਆ।
ਪਰ ਜਵਾਨਾਂ ਦੇ ਖਿਲਾਫ JCO ਦੇ ਖਿਲਾਫ ਜਿਨ੍ਹਾਂ ਨੇ ਇਹ ਪਲੈਨਿੰਗ ਬਣਾਈ ਜੋ ਕੁਝ ਕੀਤਾ ਉਹਨਾਂ ਨੂੰ ਤਾਂ ਬਹੁਤ ਸਾਰੇ ਰਗੜੇ ਗਏ, ਕਈ ਹੋ ਗਏ ਕੋਰਟ ਮਾਰਸ਼ਲ ਹੋਏ, ਕਈ ਕੁਝ ਜਿਹੜੇ ਫਿਰ ਧਰਮੀ ਫੌਜੀ ਸੀ ਬਾਕੀ ਬਗਾਵਤ ਕਰ ਗਏ ਸੀ, ਉਹ ਤਕਰੀਬਨ 300-400 ਫੌਜੀ ਸੀਗੇ। ਕਿੰਨੀ ਕੁ ਗਿਣਤੀ ਸੀ ਤੁਹਾਡਾ ਅੰਦਾਜ਼ਾ? ਨਹੀਂ ਧਰਮੀ ਫੌਜੀ ਤੇ ਬਹੁਤ ਸਾਰੇ ਸੀਗੇ। ਮੈਂ ਉਹਨਾਂ ਜੋ ਡਾਇਰੈਕਟਰ ਸੈਨਿਕ ਭਲਾਈ ਸੀ ਉਦੋਂ ਬਾਅਦ ਮਿਲਿਆ 2200 ਦੇ ਕਰੀਬ। ਪਰ ਉਹ ਕੀ ਹੋਇਆ ਕਿ ਜਿਹੜੇ ਸਿੱਖ ਰੈਜੀਮੈਂਟ 'ਚੋਂ ਆਏ ਜਾਂ ਬਾਕੀ ਪਲਟਨ 9 ਸਿੱਖ ਪਲਟਨ ਇੱਕ ਹੋਰ ਸੀਗੇ ਜਿਹਦੇ 'ਚੋਂ ਇਨ ਮਾਸ ਭੱਜੇ ਸਨ, 9 ਸਿੱਖ ਨੂੰ ਡਿਸਬੈਂਡ ਕਰ ਦਿੱਤਾ ਗਿਆ ਸੀ। ਮੈਂ ਇੱਕ ਧਰਮੀ ਫੌਜੀ ਜਗਜੋਤ ਸਿੰਘ ਹੈ ਹੌਲਦਾਰ, ਮੇਰੇ ਸੰਪਰਕ 'ਚ ਹੈ, ਮੈਂ ਹੁਣ ਵੀ ਗੱਲ ਕੀਤੀ ਸੀ। ਉਹ 15.5 ਸਾਲ ਨੌਕਰੀ ਕਰਕੇ ਉਹ ਭੱਜੇ ਸੀ, ਪ੍ਰਭਾਵਿਤ ਹੋ ਗਏ। ਰਿਕਰੂਟ ਵੀ ਆਏ, ਰਿਕਰੂਟ ਤੇ ਵਾਪਸ ਲੈ ਲਏ ਜਿਹੜੇ ਰਿਕਰੂਟ ਜਿਹਨਾਂ, ਕਿਉਂਕਿ ਉੱਪਰ ਹਾਲੇ ਟ੍ਰੇਨਿੰਗ ਸੀਗੇ, ਬਹੁਤ ਸਾਰੇ ਵਾਪਸ ਲੈ ਲਏ। ਜਿਹੜੇ ਕੋਈ ਖਾਸ ਮਾਰੇ ਗਏ ਤੇ ਫਿਰ ਦੂਸਰੀ ਗੱਲ ਵਿੱਚ ਆਉਂਦਿਆਂ ਉੱਥੋਂ ਰਾਮਗੜ੍ਹ ਤੋਂ ਚਲਦਿਆਂ। ਮਗਰ ਜਿਹੜੇ ਬਾਕੀ ਜਿੱਦਾਂ ਕਿ 5.5 ਸਾਲ 15.5 ਸਾਲ ਨੌਕਰੀ ਕੀਤੀ, ਉਹਨੂੰ ਪੈਨਸ਼ਨ ਹਾਲੇ ਤੱਕ ਨਹੀਂ ਲੱਗੀ। 15 ਸਾਲ ਤੋਂ ਬਾਅਦ ਪੈਨਸ਼ਨ ਲੱਗਦੀ ਹੈ ਕਿਉਂਕਿ ਉਹ ਭੱਜਿਆ ਸੀ, ਉਹਨੇ ਸਜ਼ਾ ਵੀ ਕੱਟ ਲਈ। ਪਰ ਮੈਂ ਇੱਕ ਗੱਲ ਇੱਥੇ ਕਹਿਣਾ ਚਾਹੁੰਦਾ ਕਿ ਦੇਖੋ ਜਨਰਲ ਹਰਬਖਸ਼ ਸਿੰਘ ਪੰਜਾਬ ਤੇ ਕਸ਼ਮੀਰ ਦਾ ਰੱਖਾ ਕੌਣ ਨਹੀਂ ਜਾਂਦਾ ਦੁਨੀਆ ਭਰ 'ਚ, ਵਿਸ਼ਵ ਭਰ 'ਚ ਉਹਦਾ ਨਾਂ ਹੈਗਾ। ਉਹਨੇ ਜਬਲਪੁਰ ਜਦੋਂ ਕੋਰਟ ਮਾਰਸ਼ਲ ਅਸੈਂਬਲ ਹੋਇਆ, ਉਹਨੇ ਇਜਾਜ਼ਤ ਮੰਗ ਕੇ ਵਕਾਲਤ ਕਰਨ ਵਾਸਤੇ ਉੱਥੇ ਪਹੁੰਚਿਆ। ਉਹਨੂੰ ਪਹਿਲੋਂ ਕਰ ਨਹੀਂ ਦਿੱਤੀ ਵਕਾਲਤ, ਫਿਰ ਉਹਨੇ ਕਿਹਾ ਰਿਟਾਇਰਮੈਂਟ ਤੋਂ ਬਾਅਦ ਗੱਲ ਕਰਨਾ, 84 ਬਾਅਦ 85 ਜਦੋਂ ਸ਼ੁਰੂ ਹੋਇਆ। ਉਹਨੇ ਕਿਹਾ ਕਿ ਇਸ ਦੇਸ਼ 'ਚ 2 ਕਾਨੂੰਨ ਕਿਉਂ ਨੇ, ਕਿਉਂਕਿ 65 ਦੀ ਜੰਗ ਤੇ ਉਹਦੇ ਹੁੰਦਿਆਂ, ਉਹਨੇ ਜਿਹੜੀ 71 ਦਾ ਜੰਗ ਪਤਾ ਸੀ, ਉਹਨੇ ਕਿਹਾ ਕਿ 65 ਤੇ 71 ਦੀ ਜੰਗ ਜਿਹੜੇ ਜਵਾਨ ਭਗੌੜੇ ਸਨ ਛੱਡ ਕੇ ਆਏ ਆਪਣੀ ਪਲਟਣਾ, ਉਹਨਾਂ ਨੂੰ ਤੇ ਫੌਜ 'ਚ ਵਾਪਸ ਲੈ ਲਿਆ ਗਿਆ। ਇਹਨਾਂ ਧਰਮੀ ਫੌਜ ਜਿਹੜੇ ਕਿ ਆਪਰੇਸ਼ਨ ਬਲੂ ਸਟਾਰ ਦੇ ਪ੍ਰਭਾਵਿਤ ਹੋਏ, ਉਹਨਾਂ ਨੂੰ ਵਾਪਸ ਕਿਉਂ ਨਹੀਂ ਲਿਆ ਗਿਆ? ਉਹਨੇ ਬੜੀ ਅਕਾਲ ਕੀਤੀ, ਪਰ ਕਿਸੇ ਇਸ ਦੇਸ਼ ਤੇ ਕੌਮ ਦੇ ਮਹਾਨ ਜਰਨੈਲ ਦੇ ਕਿਸੇ ਨੇ ਸੁਣੀ, ਬਲਕਿ ਸਿੱਖ ਸਾਡੇ ਲੀਡਰਸ਼ਿਪ ਨੂੰ। ਮੈਂ ਇੱਥੋਂ ਤੱਕ ਕਹਿਣਾ ਚਾਹੁੰਦਾ, ਮੈਨੂੰ ਇਹ ਵੀ ਉਸੇ ਵੇਲੇ ਪਤਾ ਲੱਗਿਆ ਫਿਰ ਉਹਦੇ ਵਿੱਚ ਹੀ ਕਿ ਸਾਹਿਬ ਤੁਸੀਂ ਬਾਦਲ ਸਾਹਿਬ ਦਾ ਬਿਆਨ ਸੁਣਿਆ? ਮੈਂ ਕਿੱਥੋਂ? ਕਹਿੰਦੇ ਨੇ ਜੀ ਉਹ BBC ਤੋਂ ਆਇਆ। ਮੈਂ ਕੀ? ਉਹਨਾਂ ਨੇ ਕਿਹਾ ਕਿ ਆਪਣਾ ਛਾਉਣੀਆਂ ਛੱਡ ਦਿਓ ਫੌਜੀਆਂ ਨੂੰ। ਉਹ ਮੈਂ ਕਿਹਾ ਇਹੋ ਜਿਹੀ ਵਿਸ਼ਵਾਸ ਨਾ ਕਰਿਓ। ਤੇ ਉਹਨਾਂ ਨੇ 9 ਸਿੱਖ ਪਲਟਨ ਜਿਹੜੀ ਹਾਲੇ ਤੱਕ ਦੁਬਾਰਾ ਖੜੀ ਨਹੀਂ ਕੀਤੀ ਗਈ, ਉਹ ਇਨਮਾਜ਼ ਭੱਜੇ ਸੀ। ਉਹਨਾਂ ਸੀ ਉਹ ਕਮਜ਼ੋਰ ਸਿੱਖ ਵੀ ਸੀਗਾ, ਬਾਕੀ ਤੇ ਇਹ ਜਿਹੜੇ ਸੀਗੇ ਸਜ਼ਾ ਤੇ ਬੜੀਆਂ ਨੂੰ ਹੋਈਆਂ। ਪਰ ਧਰਮੀ ਫੌਜੀ ਜਿਹੜੇ ਕਿ ਬਚੇ, ਕਈ ਤੇ ਮਾਰੇ ਗਏ ਵਿੱਚ, ਉਹਨਾਂ ਦੀ ਹਾਲਤ ਇਹ ਸੀ ਕਿ ਜੋ ਮੈਂ ਡਾਇਰੈਕਟਰ ਬਣਿਆ ਤੇ ਉਹਨੂੰ 500 ਰੁਪਈਆ ਇੱਕ ਗ੍ਰਾਂਟ ਦਿੰਦੇ ਸੀ ਉਦੋਂ ਕਰਕੇ। ਤੇ ਮੈਂ ਕਿਉਂਕਿ ਉਦੋਂ ਪ੍ਰਕਾਸ਼ ਸਿੰਘ ਬਾਦਲ ਸੀਗੇ ਮੁੱਖ ਮੰਤਰੀ, ਉਦੋਂ ਕਰਕੇ 2000 ਹੋਈ, ਹੁਣ 10,000 ਮਿਲਦੀ ਹੈ। ਪਰ ਉਹਨਾਂ ਦੇ ਨਾਲ ਤੇ ਮੈਂ ਧਰਨੇ ਵੀ ਦਿੰਦਾ ਰਿਹਾ। ਇਹਨਾਂ ਨੂੰ HGPC ਦੇ ਵਿੱਚ ਨੌਕਰੀ ਵੀ ਮਿਲ ਗਈ ਸੀ, ਕਈਆਂ ਦਾ ਤਾਂ ਕੀਤਾ। ਕੇਵਲ HGPC ਨਹੀਂ ਬਲਕਿ ਸਰਕਾਰੀ ਨੌਕਰੀਆਂ ਵੀ ਆਫਰ ਹੋਈਆਂ। ਦੇਖੋ ਸੱਚ ਬੋਲਣੀ ਆਪਣੀ ਗੱਲ, ਕਈ ਸਰਕਾਰੀ ਨੌਕਰੀਆਂ ਵੀ ਆਫਰ, ਕਈ ਪਬਲਿਕ ਸੈਕਟਰ ਚਲੇ ਗਏ, ਕਈ ਨਹੀਂ ਸਨ ਚਾਹੁੰਦੇ ਦੂਰ ਜਾਣਾ, ਪੈਰਾਮਿਲਟਰੀ ਚਲੇ ਗਏ। ਇਸ ਵਾਸਤੇ HGPC ਤੇ ਹੈ ਹੀ। ਮਗਰ ਜਿਹੜੇ ਕਿ ਮੈਂ ਤਾਂ ਗੱਲ ਕਰਦਾ ਉਹ ਦੀ ਆਉਂਦੀ ਹੈ, ਅੰਮ੍ਰਿਤਸਰ 'ਚ ਹੋਰ ਵੀ ਹੈ, ਇੱਥੇ ਗੁਰਦਾਸਪੁਰ ਦਾ ਕਿ ਜਿਹਨੂੰ ਕਿ ਹਾਲੇ ਜਿਹਦੀ ਤੁਸੀਂ ਪੈਨਸ਼ਨੇਬਲ ਸਰਵਿਸ ਹੋ ਗਈ ਹੈ, ਕਚਹਿਰੀਆਂ 'ਚ ਧੱਕੇ ਹਾਈ ਕੋਰਟ 'ਚ ਪਹੁੰਚ ਰਹੇ, ਉਹਨਾਂ ਦੀ ਕਿਉਂ ਨਹੀਂ ਹੈ? ਸਿੱਖ ਲੀਡਰਸ਼ਿਪ ਇਹ ਸਿਰਫ ਆਪਣੇ ਹੱਕਾਂ ਦੀ ਰਖਵਾਲੀ ਕਰਨਾ ਚਾਹੁੰਦੇ ਨੇ, ਆਪਣੇ ਪਰਿਵਾਰ ਨੂੰ ਪ੍ਰਮੋਟ ਕਰਦੇ ਨੇ। ਇਹਨਾਂ ਨੂੰ ਫੌਜ ਦੇ ਬਾਰੇ, ਫੌਜੀਆਂ ਬਾਰੇ ਕੋਈ ਚਿੰਤਾ ਨਹੀਂ। ਕਿਸੇ ਚੀਜ਼ ਦੀ ਗੱਲ ਕਰ ਲਓ, ਫੌਜ ਦੀ ਇੱਜ਼ਤ ਮਾਨ ਸਤਿਕਾਰ ਕਰਨਾ ਇਹਨਾਂ ਨੂੰ ਆਉਂਦਾ ਨਹੀਂ, ਔਰ ਇਹਨਾਂ ਨੇ ਰੋਲ ਕੇ ਰੱਖ ਦਿੱਤਾ। ਇਹ ਸਾਡੇ ਜਿਹੜੇ ਜਦੋਂ ਜੰਗ ਲੱਗਦੀ ਹੈ ਤੇ ਫੌਜ ਤੇ ਰੱਬ ਨੂੰ ਸਿਰਫ ਕੇਵਲ ਔਖੀ ਘੜੀ ਵੇਲੇ ਯਾਦ ਕੀਤਾ ਜਾਂ ਭੁੱਲ ਜਾਂਦੇ ਨੇ। ਹੁਣ ਜੋ ਕੁਝ ਇੱਕ ਰੈਂਕ ਇੱਕ ਪੈਨਸ਼ਨ ਦੀ ਗੱਲ ਨਹੀਂ ਹੈਗੀ, ਗੱਲ ਹੈ ਇੱਜ਼ਤ ਮਾਨ ਦੀ। ਅਸੀਂ ਕਹਿੰਦੇ ਹਾਂ ਜੋ ਕੁਝ ਫੈਸਲਾ ਸੁਪਰੀਮ ਕੋਰਟ ਨੇ ਕੀਤਾ ਉਹ ਲਾਗੂ ਕਰੋ, ਫੌਜ ਨੂੰ ਘੱਟ ਕਰ ਦਿਓ। ਇੱਥੇ ਜੀ ਇਹਨਾਂ ਦੇ ਉਹ ਟੂਰ ਆਫ ਡਿਊਟੀ ਕਰ ਦਿਓ, ਬੜੀਆਂ ਚੀਜ਼ਾਂ ਨੇ, ਪਰ ਉਹ ਸੈਪਰੇਟ ਵਿਸ਼ਾ ਹੈਗਾ। ਪਰ ਮੈਂ ਗੱਲ ਕਹਿਣਾ ਚਾਹੁੰਦਾ ਕਿ ਇੱਕ ਕਾਨੂੰਨ ਹੈ ਜਿਹੜਾ ਕਿ ਦੇਸ਼ ਤੇ ਫੌਜ ਦਾ ਆਰਮੀ ਐਕਟ ਬੜਾ ਸਖਤ। ਜਿਹੜੇ ਬਾਗੀ ਹੋਏ ਸੀ ਉਹਨਾਂ ਨੂੰ ਮੌਤ ਦੇ ਘਾਟ ਕਿੰਨੇ ਕੁ ਨੂੰ ਉਤਾਰਤਾ ਸੀ? ਆਉਂਦੇ ਕੋਈ ਗਿਣਤੀ ਆਈ ਕੋਈ? ਮੌਤ ਦੇ ਘਾਟ ਦੇਖੋ ਡੇਟਾ ਜਿਹੜੇ ਕਿ ਰਸਤੇ 'ਚ ਮੁਕਾਬਲੇ ਦੌਰਾਨ ਜਿਹੜੇ ਭੱਜੇ, ਹੁਣ ਕਈ ਤੇ ਮੈਨੂੰ ਪਤਾ 9 ਸਿੱਖ ਪਲਟਨ ਜਿਹੜੀ ਕਿਤੇ ਜੰਮੂ ਦੇ ਲਾਗੇ ਸੀ ਉਹ ਭੱਜੇ, ਉਹਨਾਂ ਨੂੰ ਤੇ ਫਿਰ ਟਰੈਕ ਕਰਦਿਆਂ ਦੀਨਾ ਨਗਰ ਹੈਲੀਕਾਪਟਰ ਦੇ ਰਾਹੀਂ ਕਈਆਂ ਨੂੰ ਤੇ ਉੱਥੋਂ ਕਾਬੂ ਕੀਤਾ ਜਦੋਂ ਕਿ ਅੰਮ੍ਰਿਤਸਰ ਪਹੁੰਚ ਰਹੇ ਸੀਗੇ। ਮਗਰ ਬਹੁਤ ਸਾਰੇ ਇਹਨਾਂ ਦੇ ਐਗਜ਼ੈਕਟ ਫਿਗਰ ਨਹੀਂ ਹੈਗੇ ਯੂਪੀ 'ਚ, ਤੇ ਉੱਥੋਂ ਭੱਜੇ ਜਦੋਂ ਕਿ ਰਾਮਗੜ੍ਹ ਰਾਂਚੀ ਤੋਂ ਭੱਜੇ ਬਾਇਆ ਯੂਪੀ ਹੋ ਕੇ ਆ ਰਹੇ ਸੀ, ਤੇ ਰਸਤੇ ਮੁਕਾਬਲੇ ਹੋਏ ਤੇ ਕਾਫੀ ਸਾਰੇ ਮਾਰੇ ਗਏ। ਠੀਕ ਹੈ, ਉਹਨਾਂ ਨੂੰ ਕੀ ਮੁਆਵਜ਼ਾ ਮਿਲਿਆ? ਕੁਛ ਨਹੀਂ। ਮੈਂ ਸਮਝਦਾ ਕਿ ਇਹ ਕਿਤੇ ਕਰਕੇ ਵਾਪਰਿਆ ਸਭ ਕੁਝ ਜੋ ਕੁਛ ਹੈ। ਮੈਂ ਸਮਝਦਾ ਸਾਡੀ ਕਮਜ਼ੋਰ ਲੀਡਰਸ਼ਿਪ, ਇਹਨਾਂ ਨੇ ਆਪਣੇ ਫਾਇਦਿਆਂ ਨੇ ਆਪਣੇ ਮੁੱਦਿਆਂ ਨੂੰ ਉਸ ਸਮੇਂ ਠੀਕ ਹੈ ਸਿਆਸਤ ਕਾਰਨ ਸਾਰੇ ਘਟਨਾਕ੍ਰਮ ਹੋਏ। ਸਿਆਸਤ ਨੇ ਨੁਕਸਾਨ ਕੀਤਾ ਪੰਜਾਬ ਦਾ, ਸਿੱਖੀ ਦਾ ਬਿਲਕੁਲ ਕੀਤਾ। ਸਿਆਸਤਦਾਨ ਦੇਖੋ ਇੱਕ ਗੱਲ ਦੀ ਮੈਂ ਪ੍ਰਸ਼ੰਸਾ ਜੋ ਕਰਨਾ ਚਾਹੁੰਦਾ, ਉਹੀ 8 ਸਿੱਖ ਜਿਹੜੀ ਕਿ 71 ਦੀ ਜੰਗ 'ਚ ਉਹਨਾਂ ਦੀ ਥੋੜ੍ਹੀ ਬੁਰੀ ਹਾਲਤ ਰਹੀ ਬਿਕੋਜ਼ ਆਫ ਲੀਡਰਸ਼ਿਪ। ਉਹਨਾਂ ਦਾ ਲੀਡਰ ਸੀ ਉਹ ਕੰਪਨੀ, ਮੈਂ ਉਹਨਾਂ ਦੇ ਨਾਲ ਸੀਗਾ ਆਪਰੇਟਰ, ਮੇਰਾ ਐਜ਼ ਏ ਫਾਇਰ ਸਪੋਰਟ ਦੇ ਰਹੇ ਸੀ ਅਸੀਂ ਤੋਪਖਾਨੇ ਦੀ। ਅਤੇ ਉੱਥੇ ਜਿਹੜਾ
ਪਲਟਨ ਤਿਆਰ ਹੈ, ਆਖਰੀ ਹਮਲਾ ਕਰਨ ਲੱਗੇ ਨੇ ਉਸ ਪੋਸਟ 'ਤੇ, ਉਰੀ ਸੈਕਟਰ ਦੀ ਗੱਲ ਕਰਦਾ। ਅਤੇ ਉੱਥੇ ਮੇਜਰ ਸੀਗਾ ਇੱਕ ਮੇਜਰ ਮਾਈ, ਉਹ ਆਪਣੀ ਪਲਟਨ ਜਦੋਂ ਮਾਈਨਸ ਆਈਆਂ ਤਾਂ ਕਹਿੰਦਾ ਲੇਟ ਜਾਓ, ਅੱਗੇ ਨਹੀਂ ਜਾਣਾ, ਕਹਿੰਦਾ ਅੱਗੇ ਮਰ ਜਾਵਾਂਗੇ। ਉਹ ਅਟੈਕ ਫੇਲ ਹੋ ਗਿਆ, ਉਹਦੇ ਪਿੱਛੋਂ ਦੀ ਹੋ ਕੇ ਇੱਕ ਜਿਹੜੀ ਪਲਟੂਨ ਸੀ, ਕਮਾਂਡਰ ਪਲਟੂਨ ਦਾ ਪਹੁੰਚ ਗਿਆ, ਉਹਦਾ ਸੈਕਟਰ ਦਰਸ਼ਨ ਸੀਗਾ ਉਹ ਗਿੱਲ, ਜਿਹੜਾ ਕਿ ਬਾਅਦ 'ਚ ਫੌਜ ਛੱਡ ਕੇ DC ਵੀ ਬਣਿਆ। ਅਤੇ ਉਹ ਉਦੋਂ ਫਿਰ ਉਹਦਾ ਕੋਰਟ ਮਾਰਸ਼ਲ ਹੋਇਆ, ਕਸੂਰ ਲੀਡਰ ਦਾ, ਉਸੇ 8 ਸਿੱਖ ਪਲਟਨ ਦਾ। 71 ਦੀ ਮੈਂ ਨਾਲ ਸੀ, 84 ਨਾਲ ਸੀ, ਅਤੇ ਉਹਨੂੰ ਤਾਂ 14 ਸਾਲ ਕੈਦ ਹੋਈ, ਬਾਅਦ 'ਚ ਘੱਟ ਹੋ ਗਈ ਜੱਜ ਦੇ। ਪਰ ਬਾਕੀ ਤਾਂ ਜਵਾਨ ਅਤੇ ਜਿਹੜੇ JCO ਜੋ ਕਿ ਉਹ ਤਾਂ ਹੁਕਮ ਹੁੰਦੇ ਨੇ, ਹੁਣ ਉਦੋਂ ਵੀ ਨੁਕਸਾਨ ਹੋਏ ਥੇ। ਪਰ 8 ਸਿੱਖ ਨੇ ਟਾਈਗਰ ਹਿੱਲ ਕੈਪਚਰ ਕਰਕੇ ਕਾਰਗਿਲ ਦੇ ਟਾਈਮ ਦੇ ਉੱਤੇ ਬਹੁਤ ਵੱਡਾ ਕੰਮ ਕੀਤਾ। ਮਗਰ ਕੌਮੀ ਪੱਧਰ 'ਤੇ ਜਦੋਂ ਕੇਂਦਰ ਸਰਕਾਰ ਨੇ ਆਪਣੀ ਜੋ ਕੁਝ ਆਪਣੀ ਉਹਨੇ ਡਾਕੂਮੈਂਟਰੀ ਬਣਾਈ, ਉਹ 'ਚ 8 ਸਿੱਖ ਦਾ ਨਾਮ ਵਿਸਾਰ ਦਿੱਤਾ ਗਿਆ ਸੀ। ਉਦੋਂ ਵੀ ਚੈਲੰਜ ਕੀਤਾ ਸੀ ਅਸੀਂ, ਉਦੋਂ ਹੀ ਮੁੱਦਾ ਉਠਾਇਆ ਸੀ। ਮੈਂ ਤਾਂ ਉਹਨਾਂ ਦੇ ਸ਼ਹੀਦ ਹੋਏ ਪਰਿਵਾਰਾਂ ਦੇ ਉਦੋਂ ਬਾਦਲ ਸਾਹਿਬ ਨੂੰ ਮੈਂ ਦੱਸਿਆ, ਕਿਉਂਕਿ ਮੈਂ ਉਸ ਸਮੇਂ ਕਿਉਂਕਿ ਇਹੋ ਜਿਹਾ ਕੰਮ ਸੀਗਾ ਕਿ ਬਾਦਲ ਸਾਹਿਬ ਮੇਰੀ ਸੁਣ ਲੈਂਦੇ ਸੀ ਡਾਇਰੈਕਟਰ। ਲਾਸਟ ਸਵਾਲ ਹੈ, ਇੱਕ ਅਜੇ ਤੱਕ ਇਹ ਵੀ ਇੱਕ ਵਿਵਾਦ ਹੈ ਜਾਂ ਚਰਚਾ ਕੰਪਲੀਟ ਨਹੀਂ ਹੋਈ ਕਿ ਸ੍ਰੀ ਹਰਿਮੰਦਰ ਸਾਹਿਬ 'ਤੇ ਜਦੋਂ ਅਟੈਕ ਕੀਤਾ ਗਿਆ, ਉੱਥੇ ਸੰਗਤ ਦਾ ਕਿੰਨਾ ਨੁਕਸਾਨ ਹੋਇਆ ਅਤੇ ਆਰਮੀ ਦਾ ਕਿੰਨਾ ਕੁ ਨੁਕਸਾਨ ਹੋਇਆ? ਕੋਈ ਅੰਕੜਾ ਸਾਹਮਣੇ ਆਇਆ ਕੋਈ? ਦੇਖੋ, ਬਹੁਤ ਜ਼ਿਆਦਾ ਜਿਹੜੀ ਦੁਖਦਾਇਕ ਘਟਨਾ ਨਾ ਕਿ ਜਿਹੜੀ ਸੰਗਤ ਇਸ ਸਮੇਂ ਇਹਨਾਂ ਨੇ ਚੁਣਿਆ ਗਿਆ ਜਦੋਂ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀਗਾ, ਉਦੋਂ ਹਜ਼ਾਰਾਂ ਦੀ ਗਿਣਤੀ ਸੰਗਤ ਸੀਗੀ। ਫੌਜ ਦਾ ਤਾਂ ਘੱਟ ਨੁਕਸਾਨ ਹੋਇਆ, ਪਰ ਜ਼ਿਆਦਾ ਨੁਕਸਾਨ ਧਾਰਮਿਕ ਸਥਾਨ ਦਾ, ਸਾਡੀ ਆਸਥਾ ਨੂੰ ਠੇਸ ਪਹੁੰਚੀ। ਔਰ ਬਹੁਤ ਸਾਰੇ ਤੇ ਵਿਚਾਰੇ ਮਾਰੇ ਗਏ ਕੱਢ ਕੇ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਇੱਕ ਕਰਨਲ ਸੀ ਉਸ ਵੇਲੇ, ਗੁਰਾਇਆ, ਬਾਅਦ 'ਚ ਬ੍ਰਿਗੇਡੀਅਰ, ਉਹਨੇ ਕਿਤਾਬ ਲਿਖੀ ਹੈ। ਉਹਨੇ ਦੇਖਿਆ ਕਿ ਉਹਨੂੰ ਕੰਮ ਮਿਲਿਆ ਕਿ ਇੱਥੇ ਕੋਈ 60-70 ਸੀਗੇ ਜਿਹੜੇ ਕਿ ਕਛਹਿਰੇ ਪਾਏ, ਉਹਨਾਂ ਦੇ ਹੱਥ ਪਿੱਛੇ ਬੰਨੇ ਹੋਏ, ਅਤੇ ਉਹਨੇ ਦੇਖਿਆ ਕਿ 70 ਸੀਗੇ, ਅਤੇ ਉਹਨੇ ਦੇਖਿਆ ਅਤੇ ਉਹਨਾਂ ਦੇ ਤਸੀਹੇ ਦਿੱਤੇ ਜਾ ਰਹੇ ਸੀਗੇ ਫੌਜ ਵੱਲੋਂ। ਉਹ ਕੌਣ ਸੀ? ਨੌਜਵਾਨ ਸੀਗੇ। ਅਤੇ ਉਹਨਾਂ ਵਿੱਚੋਂ ਇੱਕ ਨੇ ਕਿਤੇ ਸਵਾਲ ਕੀਤਾ, ਉਹਨੇ ਕੋਈ ਜਦੋਂ ਕੋ ਬੋਲਿਆ, ਇੱਕ ਸੈਕੰਡ ਲੈਫਟੀਨੈਂਟ ਸੀ ਮਦਰਾਸ ਪਲਟਨ ਦਾ, ਉਹਨੂੰ ਗੋਲੀ ਮਾਰ ਕੇ ਉਹਨੇ ਸਰੋਵਰ 'ਚ ਸੁੱਟ ਦਿੱਤਾ। ਇਹ ਫੌਜ ਹੈ? ਫੌਜ ਇੱਕ ਗੈਰ ਸਿਆਸੀ, ਗੈਰ ਕਿਸੇ ਧਾਰਮਿਕ, ਸਾਰੇ ਧਾਰਮਿਕ ਦਾ ਸਾਂਝਾ ਧਰਮ ਹੈ ਸਾਡਾ, ਠੀਕ ਹੈ, ਉਹ 'ਚ ਕੋਈ ਵਿਤਕਰਾ ਨਹੀਂ ਹੈ, ਕੋਈ ਉਹ ਕੁਛ ਹੋਇਆ। ਔਰ ਇੱਕ ਗੱਲ ਹੋਰ ਦੱਸਾਂ, ਮੇਜਰ ਘੁੰਮਣ ਸੀਗੇ 60, ਉਹਨਾਂ ਨੂੰ ਟਾਸਕ ਮਿਲਿਆ 68 64 ਆਰਮਡ ਰੈਜੀਮੈਂਟ, ਉਹਨਾਂ ਨੂੰ ਟਾਸਕ ਮਿਲਿਆ ਕਿ ਇਹ ਜਿਹੜੇ ਸ਼ਹੀਦ ਹੋਏ ਨੇ, ਜਿਹੜੇ ਮਾਰੇ, ਉਹ ਸ਼ਹੀਦ ਦਾ ਨਾਂ ਤਾਂ ਲੈਂਦੇ ਨਹੀਂ ਸੀ, ਜਿਹੜੇ ਮਾਰੇ ਗਏ ਨੇ, ਇਹਨਾਂ ਦਾ ਸੰਸਕਾਰ ਕਰਨਾ। ਉਹਨੇ ਦੇਖਿਆ ਜਦੋਂ ਡੈੱਡ ਬਾਡੀ ਲੈਂਦੀਆਂ ਜਾ ਰਹੀਆਂ ਸਨ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਲੱਤ ਲਟਖੜਾ ਰਹੀ ਸੀ, ਉਹਨੇ ਹੱਥ ਲਾਇਆ ਅਤੇ ਇੱਧਰ ਕੀਤੀ, ਅਤੇ ਉਹ ਵਰਦੀ 'ਚ ਸੀਗਾ, ਉਹਦੇ 'ਤੇ ਕੋਰਟ ਇਨਕੁਆਇਰੀ ਬਿਠਾ ਦਿੱਤੀ। ਉਹਨੇ ਅਰਦਾਸ 'ਚ ਹੱਥ ਜੋੜੇ। ਉਹ ਸਵਾਲ ਹੈ, ਇਹ ਰਿਕਾਰਡ 'ਚ ਜੋ ਮੇਰੀ ਗੱਲ ਕਰ ਰਿਹਾ, ਸਿਰਫ ਇਹ ਨਹੀਂ ਕਿ ਉਹਨੇ ਕਿਤਾਬ 'ਚ ਕੀ ਲਿਖਿਆ, ਇਹ ਆਊਟਲੁੱਕ ਟਾਈਮ 'ਚ ਵੀ ਆਇਆ ਸੀ, ਉਹ ਮੈਂ ਪਿੱਛਾ ਕਰ ਦੇਣਾ ਕਿ ਇਹਨੇ ਹੱਥ ਕਿਉਂ ਜੋੜੇ। ਦੇਖੋ ਕਿਆ ਇਹ ਜੂਨੀਅਰ ਲੈਵਲ 'ਤੇ ਹੋਇਆ। ਵੈਸੇ ਸਾਡੀ ਇਹੋ ਜਿਹੀ ਗੈਰ ਸਿਆਸੀ, ਦੇਖੋ ਇਹੋ ਜਿਹੀ ਸੰਸਥਾ ਹੈ, ਉਹਨੂੰ ਹੁਣ ਕੋਸ਼ਿਸ਼ ਹੋ ਰਿਹਾ ਕੁਛ ਉਹਨਾਂ ਦਫਾੜ ਕਰ ਉਹਨਾਂ ਦੇ। ਮੈਂ ਸਮਝਦਾ ਕਿ ਉਹਨਾਂ ਦੇ ਉੱਤੇ ਬਹੁਤ ਕੁਝ ਜੋ ਕੁਝ ਦੇਖਿਆ ਇਲੈਕਸ਼ਨ ਟਾਈਮ ਜੋ ਕੁਛ ਹੋਇਆ ਫੌਜ ਦਾ ਇਸਤੇਮਾਲ ਕਰਕੇ ਡਿਵੀਜ਼ਨ ਕਰਨ ਦੀ ਜੋ ਆਦਤ ਹੈ ਨਾ ਮਾੜੀ ਹੈ। ਤਾਂ ਇਹ ਕੁਛ ਹੋਇਆ, ਇਹ ਕੁਛ ਵਾਪਰਿਆ, ਬਹੁਤ ਚੀਜ਼ਾਂ ਹੋਰ ਘਟਨਾਵਾਂ ਰਾਜਸੀ ਫੌਜ ਦਾ ਵੀ ਨੁਕਸਾਨ ਹੋਇਆ, ਇਹ 'ਚ ਕੋਈ ਸ਼ੱਕ ਨਹੀਂ। ਪਰ ਸਾਡਾ ਤਾਂ ਬਹੁਤ ਸਾਰਾ ਜਿੱਦਾਂ ਦੇਖੋ ਸਿੱਖ ਰੈਫਰੈਂਸ ਲਾਇਬ੍ਰੇਰੀ, ਹੋਰ ਬਹੁਤ ਸਾਰਾ ਨੁਕਸਾਨ ਹੋਇਆ। ਇਸ ਤੋਂ ਵੱਡਾ ਹੋਰ ਕੀ ਨੁਕਸਾਨ ਹੋਇਆ? ਅਹਿਮਦ ਸ਼ਾਹ ਅਬਦਾਲੀ ਦੇ ਟਾਈਮ ਇਹੋ ਕੁਝ ਹੋਇਆ ਉੱਥੇ, ਅਤੇ ਇੱਥੇ ਉਸ ਤੋਂ ਬਾਅਦ ਵੀ ਜਦੋਂ ਕਿ 31 ਅਕਤੂਬਰ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਦਾ ਉਹਨੂੰ ਮਾਰਤਾ ਗਿਆ, ਉਦੋਂ ਬਾਅਦ ਜੋ ਕੁਛ ਵਾਪਰਿਆ, ਫੌਜੀਆਂ ਜੇ ਗੱਡੀਆਂ 'ਚ ਆ ਰਹੇ ਸੀ, ਉਹਨਾਂ ਦਾ ਕੀ ਕਸੂਰ ਹੈ ਵਰਦੀ 'ਚ? ਉਹਨਾਂ ਨੂੰ ਕੱਢ ਕੇ ਗੱਡੀਆਂ ਦੇ ਵਿੱਚੋਂ ਇਹਨਾਂ ਨੇ ਮਾਰਿਆ ਗਿਆ। ਮੈਂ ਉਹ 'ਤੇ ਬੜੀ RTI ਥੱਲੇ ਬੜੀ ਕਈ 2 ਫਾਈਲਾਂ ਆਈਡੀਆਂ ਬਣੀਆਂ ਨੇ ਮੇਰੇ ਕੋਲ ਕਿ ਉਹਨਾਂ ਦਾ ਪੂਰਾ ਮੈਂ ਯੂਨਿਟਾਂ ਨਾਲ ਸੰਪਰਕ ਕਰਕੇ ਕਰਨੈਲ ਸਿੰਘ ਪੀਰ ਮੁਹੰਮਦ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੈਂ ਉਹਦੇ ਨਾਲ ਜੁੜ ਕੇ ਕਈ ਉੱਥੇ ਉਹਨਾਂ ਨੇ ਖਾਸ ਤੌਰ 'ਤੇ ਮੈਂ ਉਹਨਾਂ ਦੇ ਨਾਲ ਸੀਗਾ। ਇਹ ਤਾਂ ਮੇਰੇ ਵੱਲੋਂ ਸਿੱਧੇ ਤੌਰ 'ਤੇ ਹੁੰਦੀਆਂ ਰਹੀਆਂ ਨੇ। ਕੁਛ ਇੱਕ ਵੇਰਵੇ ਮਿਲੇ, ਕੁਛ ਇੱਕ ਵੇਰਵੇ ਨਹੀਂ ਮਿਲੇ, ਕਿੱਥੇ ਗਏ ਫੌਜੀ? ਇਹ ਤਾਂ ਹਾਲਤ ਹੈ। ਇਹ ਤਾਂ ਸਰਕਾਰ ਸਮਝਦੀ। ਉਹ ਦੇਖੋ ਕੋਈ ਦੇਖੋ ਕੋਈ ਇਹੋ ਜਿਹੀ ਗਲਤ ਕੰਮ ਦਾ, ਪਰ ਤੁਸੀਂ ਕੌਮ ਨੂੰ, ਇੱਕ ਸਮੁੱਚੇ ਸੰਸਥਾ ਨੂੰ, ਕਿਸੇ ਇੱਕ ਪੂਰੀ ਸਮੁੱਚੀ ਪਲਟਨ ਨੂੰ ਬਦਨਾਮ ਨਹੀਂ ਕਰ ਸਕਦੇ। ਇੱਕ ਕਸੂਰਵਾਰ ਹੈ, ਉਹਦੇ ਖਿਲਾਫ ਕਾਰਵਾਈ ਹੋ ਸਕਦੀ ਹੈ। ਜੇ ਕੋਈ ਭਗੌੜਾ ਹੁੰਦਾ ਜਾਂ ਕਿੱਦਾਂ, ਤੁਸੀਂ ਸਾਰੀ ਪਲਟਨ, 9 ਸਿੱਖ ਪਲਟਨ ਨੂੰ ਤੁਸੀਂ ਡਿਸਮੈਂਟ ਕਰਤਾ। ਉਹ ਸਿੱਖ ਰੈਜੀਮੈਂਟ, ਸਿੱਖ ਉਹ ਪਾਰਟੀ ਪੱਧਰ ਉੱਠ ਕੇ
ਕਿਸੇ ਸਿੱਖ ਸਿਆਸਤਦਾਨ ਨੇ ਪ੍ਰਧਾਨ ਮੰਤਰੀ ਕੋਲ ਜਾ ਕੇ ਹਾਂ ਦਾ ਨਾਰਾ ਹੀ ਮਾਰਿਆ ਕਿ ਇਹਨੂੰ ਮੁੜ ਤੋਂ ਬਹਾਲ ਕੀਤਾ ਜਾਏ? ਹੈ ਹਿੰਮਤ ਪਈ? ਉਹ ਤਾਂ ਅਸੀਂ ਲਿਖ ਕੇ ਦਿੰਦੇ ਰਹੇ। ਕਿਉਂ? ਕਿਉਂਕਿ ਇਹਨਾਂ ਨੂੰ ਰਾਜ ਭਾਗ ਆਪਣ ਦੀ ਪਈ ਹੈ, ਇਹਨਾਂ ਨੂੰ ਉਸ ਪਲਟਨ ਦਾ ਹਾਲੇ ਤੱਕ ਖੜੀ ਨਹੀਂ ਜੇ ਹੋਈ। ਬਾਕੀ ਤਾਂ ਚਲੋ ਸਿੱਖ ਰੈਜੀਮੈਂਟ ਵੀ ਖੈਰ ਉਹ ਜਿਹੜਾ ਕਾਮਡਾਟ ਸੀਗਾ ਉਹ ਵੀ ਇਹ ਸਿੱਧ ਹੋਇਆ ਕਿ ਉਹ ਕਸੂਰਵਾਰ ਨਹੀਂ ਸੀਗਾ, ਗੱਡੀ ਉਤਰਿਆ ਸੀ। ਥੈਂਕ ਯੂ ਵੈਰੀ ਮਚ। ਸੋ ਇਹ ਸਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਉਹਦੇ ਵਿੱਚ ਨੁਕਸਾਨ ਪੰਜਾਬੀਆਂ ਦਾ ਤੇ ਸਿੱਖਾਂ ਦਾ ਹੋਇਆ, ਦੋਨੇ ਪਾਸੇ ਮਾਰ ਪਈ, ਚਾਹੇ ਕੁਝ ਫੌਜ ਦੇ ਵਿੱਚ ਸੀ ਜਾਂ ਆਮ ਸੰਗਤ ਸੀ ਜਿਹੜੀ ਕੇਵਲ ਤੇ ਕੇਵਲ ਮੱਥਾ ਟੇਕਣ ਗਏ ਸੀ, ਜਿਨ੍ਹਾਂ ਦਾ ਖਾੜਕੂਵਾਦ ਨਾਲ ਕੋਈ ਲਿੰਕ ਨਹੀਂ ਸੀ। ਸੋ ਸਵਾਲ ਇਹਨਾਂ ਨੇ ਖੜੇ ਕੀਤੇ ਨੇ ਕਿ ਫੌਜ ਦਾ ਸਿਆਸੀਕਰਨ ਨਹੀਂ ਸੀ ਹੋਣਾ ਚਾਹੀਦਾ। ਜੇਕਰ ਫੌਜ ਦਾ ਉਸ ਮੌਕੇ ਸਿਆਸੀਕਰਨ ਨਾ ਹੁੰਦਾ ਤਾਂ ਇੰਨਾ ਵੱਡਾ ਨੁਕਸਾਨ ਨਹੀਂ ਸੀ ਹੋਣਾ। ਦੇਖਦੇ ਹਾਂ ਹੁਣ ਮੌਜੂਦਾ ਜਿਹੜੀ ਸਰਕਾਰ ਆ, ਜੋ ਉਸ ਵੇਲੇ ਦੇ ਫੌਜੀਆਂ ਦੀਆਂ ਸਮੱਸਿਆਵਾਂ ਨੇ ਉਹਨਾਂ ਬਾਰੇ, ਜਾਂ ਫਿਰ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮਾਮਲਾ, ਉਹ ਮਸਲੇ ਮੌਜੂਦਾ ਸਰਕਾਰ ਕਿੱਦਾਂ ਹੱਲ ਕਰੇਗੀ। ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਦੀ ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸਦਾ ਲਈ ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 96 435 032 21।